ਓਸ਼ੋ ਦਾ ਪ੍ਰਵਚਨ ਹੈ। ਓਸ਼ੋ ਨੂੰ ਪ੍ਰਸ਼ਨ ਪੁੱਛਿਆ ਗਿਆ। ਇਸੇ ਸੰਦਰਭ 'ਚ ਪੁੱਛਿਆ ਹੈ ਕਿ ਓਸ਼ੋ ਤੁਸੀਂ ਕੀ ਹੋ ਤੇ ਪੁੰਨ ਕੀ ਹੈ? ਉੱਤਰ, ਅੰਦਰ ਦੀਵਾ ਜਗਿਆ ਹੈ ਚੇਤਨ ਦਾ, ਤਾਂ ਜੋ ਕਰਮ ਹੁੰਦੇ ਹਨ ਉਹ ਪੁੰਨ ਹਨ। ਅੰਦਰ ਦੀਵਾ ਬੁਝਿਆ ਹੋਵੇ ਤਾਂ ਜੋ ਕਰਮ ਹੁੰਦੇ ਹਨ ਉਹ ਪਾਪ ਹਨ। ਸਮਝ ਲੈਣਾ ਤੁਸੀਂ, ਕੋਈ ਕਰਮ ਨਾ ਹੋਵੇ ਤਾਂ ਪਾਪ ਹੁੰਦਾ ਹੈ, ਨਾ ਪੁੰਨ ਹੁੰਦਾ ਹੈ। ਪੁੰਨ ਅਤੇ ਪਾਪ ਕਰਨ ਵਾਲੇ ਉੱਤੇ ਨਿਰਭਰ ਹੁੰਦੇ ਹਨ। ਕੋਈ ਕਰਮ ਪਾਪ ਤੇ ਪੁੰਨ ਨਹੀਂ ਹੁੰਦਾ। ਆਮ ਤੌਰ ਤੇ ਅਸੀਂ ਇਹੋ ਮੰਨਦੇ ਹਾਂ ਕਿ ਕਰਮ ਪੁੰਨ ਤੇ ਪਾਪ ਹੁੰਦੇ ਹਨ, ਇਹ ਕੰਮ ਮਾੜਾ ਹੈ ਤੇ ਇਹ ਕੰਮ ਚੰਗਾ ਹੈ। ਇਹ ਗੱਲ ਨਹੀਂ ਹੈ। ਜਿਸ ਆਦਮੀ ਦੇ ਅੰਦਰ ਦਾ ਦੀਵਾ ਬੁਝਿਆ ਹੈ ਉਹ ਕੋਈ ਚੰਗਾ ਕੰਮ ਕਰ ਹੀ ਨਹੀਂ ਸਕਦਾ। ਇਹ ਅਸੰਭਵ ਹੈ। ਦਿਖ ਸਕਦਾ ਹੈ ਕਿ ਚੰਗਾ ਕੰਮ ਕਰ ਰਿਹਾ ਹੈ। ਜਿਸ ਦੇ ਅੰਦਰ ਦੀਵੇ ਬਲਦੇ ਰਹੇ ਹੋਣ ਉਹਨਾਂ ਦੇ ਕਰਮਾਂ ਦੀ ਨਕਲ ਕਰ ਸਕਦਾ ਹੈ, ਪਰ ਨਕਲ ਵਿੱਚ ਵੀ ਵਾਸਨਾ ਉਹਦੀ ਉਲਟ ਹੋਏਗੀ। ਜੇ ਉਹ ਮੰਦਰ ਬਣਾਏਗਾ ਤਾਂ ਪਰਮਾਤਮਾ ਦਾ ਨਹੀਂ ਹੋਏਗਾ, ਉਹਦੇ ਪਿਤਾ ਦਾ ਹੋਏਗਾ, ਉਹਨਾਂ ਦਾ ਨਾਂ ਲਿਖਵਾ ਦੇਗਾ। ਜੇ ਉਹ ਕਿਸੇ ਨੂੰ ਦਾਨ ਦੇਏਗਾ ਤਾਂ ਫਿਕਰ 'ਚ ਹੋਏਗਾ ਕਿ ਅਖਬਾਰ ਨਵੀਸ ਜਰਨਲਿਸਟ ਨੇੜੇ ਤੇੜੇ ਹਨ ਜਾਂ ਨਹੀਂ, ਉਹ ਖਬਰ ਛਾਪਦੇ ਹਨ ਜਾਂ ਨਹੀਂ। ਉਹ ਦਾਨ ਪ੍ਰੇਮ ਤੇ ਕਰੁਣਾ ਨਹੀਂ ਹੋਏਗਾ, ਉਹ ਵੀ ਹੰਕਾਰ ਦਾ ਦਿਖਾਵਾ ਹੋਏਗਾ। ਜੇ ਉਹ ਕਿਸੇ ਦੀ ਸੇਵਾ ਕਰੇਗਾ ਤਾਂ ਉਹ ਸੇਵਾ ਨਹੀਂ ਹੋਏਗੀ। ਉਹ ਸੇਵਾ ਦੇ ਗੁਣਗਾਨ ਵੀ ਕਰੇਗਾ, ਕਰਵਾਉਣਾ ਚਾਹੇਗਾ। ਉਹ ਕਹੇਗਾ ਮੈਂ ਸੇਵਕ ਹਾਂ। ਉਹ ਚਾਹੇਗਾ ਕਿ ਲੋਕ ਮੰਨਣ ਸੇਵਾ ਕੀ ਹੈ। ਉਹ ਜੋ ਵੀ ਕਰੇਗਾ ਉਹਦੇ ਕਰਨ ਪਿੱਛੇ, ਕਿਉਂਕਿ ਦੀਵਾ ਬਲਿਆ ਹੋਇਆ ਨਹੀਂ ਹੈ, ਇਸ ਲਈ ਕੰਮ ਭਾਵੇਂ ਚੰਗੇ ਦਿਖਾਈ ਦੇਣ ਪਾਪ ਹੀ ਹੋਣਗੇ। ਅੰਦਰ ਦੀਵਾ ਬਲਿਆ ਨਾ ਹੋਵੇ ਤਾਂ ਜੋ ਵੀ ਹੋ ਸਕਦਾ ਉਹ ਪਾਪ ਹੀ ਹੋ ਸਕਦਾ ਹੈ। ਪਾਪ ਮੇਰੇ ਲਈ ਮਨ ਦੀ ਇੱਕ ਦਸ਼ਾ ਹੈ, ਕਰਮ ਦੇ ਸਰੂਪ ਦੀ ਵੰਡ ਨਹੀਂ। ਤੇ ਜੇ ਅੰਦਰ ਦਾ ਦੀਵਾ ਬਲਿਆ ਹੋਵੇ ਤਾਂ ਉਹ ਜੋ ਵੀ ਕਰੇ ਉਹ ਪੁੰਨ ਹੋਏਗਾ। ਹੋ ਸਕਦਾ ਹੈ ਉੱਪਰ ਤੋਂ ਦਿਖਾਈ ਪਏ ਕਿ ਇਹ ਤਾਂ ਪੁੰਨ ਨਹੀਂ, ਇਹ ਕਰਮ ਤਾਂ ਪੁੰਨ ਨਹੀਂ, ਲੇਕਿਨ ਉਹ ਪੁੰਨ ਹੀ ਹੋਏਗਾ। ਅਸੰਭਵ ਹੈ ਕਿ ਉਸ ਤੋਂ ਪਾਪ ਹੋ ਜਾਏ, ਕਿਉਂਕਿ ਜਿਸ ਦੀ ਬੁੱਧੀ ਜਾਗਰਿਤ ਹੈ ਉਸ ਤੋਂ ਪਾਪ ਕਿਵੇਂ ਹੋ ਸਕਦਾ ਹੈ? ਉਸ ਤੋਂ ਪਾਪ ਨਹੀਂ ਹੋ ਸਕਦਾ। ਲੇਕਿਨ ਅਸੀਂ ਕਰਮ ਦੇ ਪੱਧਰ ਉੱਤੇ ਚੀਜ਼ਾਂ ਨੂੰ ਨਾਪਦੇ ਤੋਲਦੇ ਹਾਂ ਤਾਂ ਉਹ ਜੋ ਵੀ ਕਰੇ ਉਹ ਪੁੰਨ ਹੋਏਗਾ। ਹੋ ਸਕਦਾ ਉੱਪਰੋਂ ਦਿਖਾਈ ਦੇ ਇਹ ਤਾਂ ਪੁੰਨ ਹੈ, ਸੋਚ ਮੁੱਲਵਾਨ ਹੈ, ਤਾਂ ਸੋਚ ਪਾਪ ਦੀ ਸਥਿਤੀ 'ਚ ਹੋ ਸਕਦੀ ਹੈ ਜੇ ਅੰਧਕਾਰ ਨਾਲ ਭਰੀ ਹੋਵੇ। ਸੋਚ ਪੁੰਨ ਦੀ ਸਥਿਤੀ 'ਚ ਹੁੰਦੀ ਹੈ ਜੇ ਉਹ ਰੌਸ਼ਨੀ ਨਾਲ ਭਰੀ ਹੈ। ਰੌਸ਼ਨੀ ਭਰਿਆ ਮਨ ਪੁੰਨ ਦੀ ਦਸ਼ਾ ਵਿੱਚ ਹੈ, ਅੰਧਕਾਰ ਭਰਿਆ ਮਨ ਪਾਪ ਦੀ ਦਸ਼ਾ ਵਿੱਚ ਹੈ। ਇਹ ਕਰਮ ਦੇ ਲੱਛਣ ਨਹੀਂ ਹਨ, ਇਹ ਕਰਮ ਦੇ ਬਿਲਕੁਲ ਲੱਛਣ ਨਹੀਂ ਹਨ। ਕਰਮ ਦਾ ਲੱਛਣ ਕੁਝ ਵੀ ਤੈਅ ਨਹੀਂ ਕਰਦਾ, ਕਿਉਂਕਿ ਵਿਅਕਤੀ ਅੰਦਰੋਂ ਬਿਲਕੁਲ ਮਾੜਾ ਬੰਦਾ ਹੋ ਸਕਦਾ ਹੈ, ਆਚਰਣ ਬਾਹਰ ਸੱਜਣ ਦਾ ਕਰ ਸਕਦਾ ਹੈ, ਅਨੇਕਾਂ ਕਾਰਨਾਂ ਤੋਂ। ਅਸੀਂ ਇੰਨੇ ਲੋਕ ਇੱਥੇ ਬੈਠੇ ਹਾਂ, ਅਸੀਂ ਸ਼ਾਇਦ ਸੋਚਦੇ ਹੋਵਾਂਗੇ ਕਿ ਅਸੀਂ ਚੋਰੀ ਨਹੀਂ ਕਰਦੇ ਤਾਂ ਅਸੀਂ ਬੜਾ ਪੁੰਨ ਕਰਦੇ ਹਾਂ। ਲੇਕਿਨ ਜੇ ਅੱਜ ਪਤਾ ਲੱਗ ਜਾਏ ਕਿ ਹਕੂਮਤ ਖਤਮ ਹੋ ਗਈ, ਚੁਰਾਹੇ ਉੱਤੇ ਕੋਈ ਪੁਲਿਸ ਆਦਮੀ ਨਹੀਂ ਹੈ, ਹੁਣ ਕੋਈ ਅਦਾਲਤ ਨਹੀਂ ਰਹੀ, ਹੁਣ ਕੋਈ ਸਿਪਾਹੀ ਨਹੀਂ, ਹੁਣ ਕੋਈ ਕਾਨੂੰਨ ਨਹੀਂ, ਫਿਰ ਪਤਾ ਲੱਗੇਗਾ ਕਿੰਨੇ ਲੋਕ ਚੋਰੀ ਨਹੀਂ ਕਰਦੇ। ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਚੋਰੀ ਨਹੀਂ ਕਰਦੇ ਤਾਂ ਬੜਾ ਪੁੰਨ ਦਾ ਕੰਮ ਕਰ ਰਹੇ ਹਾਂ। ਚੋਰੀ ਨਾ ਕਰਨਾ ਕਾਫੀ ਨਹੀਂ ਹੈ, ਮਨ 'ਚ ਚੋਰੀ ਨਾ ਹੋਣ ਦਾ ਸਵਾਲ ਹੈ। ਤੁਹਾਨੂੰ ਜੇ ਸਾਰਿਆਂ ਨੂੰ ਪੂਰੀ ਸਹੂਲਤ ਤੇ ਪੂਰਾ ਮੌਕਾ ਮਿਲ ਜਾਏ, ਮੁਸ਼ਕਿਲ ਨਾਲ ਕੋਈ ਬਚੇਗਾ ਜੋ ਚੋਰੀ ਨਾ ਕਰੇ। ਤੇ ਜੋ ਅਚੋਰੀ ਹੈ ਇਹ ਫਿਰ ਪੁੰਨ ਨਹੀਂ ਹੈ, ਇਹ ਸਿਰਫ ਭੈ ਤੇ ਦਹਿਸ਼ਤ ਤੇ ਡਰ, ਕਮਜ਼ੋਰੀ ਤੇ ਅਨੇਕਾਂ ਗੱਲਾਂ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਸੀਂ ਚੋਰੀ ਨਹੀਂ ਕਰ ਰਹੇ ਹੋ। ਤੁਹਾਨੂੰ ਮੌਕਾ ਨਹੀਂ ਹੈ, ਭੈ ਭੀਤ ਹੋ, ਕਮਜ਼ੋਰ ਹੋ, ਡਰੇ ਹੋਏ ਹੋ। ਉਸ ਡਰ ਨੂੰ, ਭੈ ਨੂੰ ਛੁਪਾਉਣ ਲਈ ਅਦਾਲਤ ਤੋਂ, ਨਰਕ ਤੋਂ ਘਬਰਾਏ ਹੋਏ ਹੋ। ਉਹਨੂੰ ਛੁਪਾਉਣ ਲਈ ਤੁਸੀਂ ਕਹਿੰਦੇ ਹੋ ਮੈਂ ਤਾਂ ਚੋਰੀ ਨਹੀਂ ਕਰਦਾ। ਚੋਰੀ ਕਰਨਾ ਬਹੁਤ ਬੁਰੀ ਗੱਲ ਹੈ, ਮੈਂ ਤਾਂ ਚੋਰੀ ਕਰਨ ਵਾਲਾ ਬੁਰਾ ਕੰਮ ਕਰਦਾ ਹੀ ਨਹੀਂ। ਜੋ ਆਦਮੀ ਕਰ ਰਿਹਾ ਚੋਰੀ, ਉਸ ਵਿੱਚ ਤੇ ਤੁਹਾਡੇ 'ਚ ਹੋ ਸਕਦਾ ਹੈ ਸਿਰਫ ਸਮਰੱਥਾ ਤੇ ਸਾਹਸ ਦਾ ਫਰਕ ਹੋਵੇ। ਸਿਰਫ ਸਮਰੱਥਾ ਤੇ ਸਾਹਸ ਦਾ ਫਰਕ, ਕਿ ਉਹ ਜ਼ਿਆਦਾ ਸਾਹਸੀ ਹੋਵੇ, ਜਾਂ ਹੋ ਸਕਦਾ ਬੁੱਧੀਹੀਨ ਹੋਵੇ। ਇਸ ਲਈ ਬੁੱਧੀਹੀਨ 'ਚ ਜ਼ਿਆਦਾ ਸਾਹਸ ਦਿਖਾਈ ਦੇ ਜਾਂਦਾ ਹੈ, ਕਿਉਂਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰ ਰਿਹਾ, ਕੀ ਨਤੀਜਾ ਹੋਏਗਾ। ਤੁਸੀਂ ਸਾਰੇ ਹਿਸਾਬ ਕਿਤਾਬ ਸੋਚਦੇ ਹੋ। ਲੇਕਿਨ ਜੇ ਚੋਰੀ ਦੀਆਂ ਸਾਰੀਆਂ ਸਹੂਲਤਾਂ ਹੋਣ, ਅੰਦਰ ਚੋਰੀ ਦੀ ਅਨੁਕੂਲ ਸਥਿਤੀ ਹੋਵੇ, ਤਾਂ ਫਿਰ ਕੋਈ ਆਦਮੀ ਚੋਰੀ ਨਾ ਕਰੇ
ਤਾਂ ਬਹੁਤ ਅਲੱਗ ਗੱਲ ਹੋ ਜਾਏਗੀ, ਬਹੁਤ ਅਲੱਗ ਗੱਲ ਹੋ ਜਾਏਗੀ। ਜੇ ਵੀ ਕੋਈ ਕਹਿ ਦੇਵੇ ਕਿ ਚੋਰੀ ਕਰਨ ਵਾਲੇ ਹੁਣ ਨਰਕ 'ਚ ਜਾਣਗੇ ਬਲਕਿ ਸਵਰਗ ਜਾਣਗੇ, ਕੋਈ ਧਰਮ ਸ਼ਾਸਤਰ ਇਹ ਵੀ ਕਹਿਣ ਲੱਗੇ ਕਿ ਹੁਣ ਚੋਰੀ ਕਰਨ ਵਾਲਿਆਂ ਬਾਰੇ ਹੁਣ ਕਾਨੂੰਨ ਬਦਲ ਗਿਆ ਪਰਮਾਤਮਾ ਦਾ, ਹੁਣ ਉਹਨਾਂ ਨੂੰ ਨਰਕ ਨਹੀਂ ਭੇਜਦੇ, ਹੁਣ ਉਹਨਾਂ ਨੂੰ ਸਵਰਗ ਭੇਜਦੇ ਹਨ, ਫਿਰ ਵੀ ਕੋਈ ਆਦਮੀ ਚੋਰੀ ਨਾ ਕਰੇ। ਜੇ ਪਤਾ ਲੱਗ ਜਾਏ ਕਿ ਹੁਣ ਚੋਰੀ ਕਰਨ ਵਾਲੇ ਨੂੰ ਕਸ਼ਟ ਨਹੀਂ ਦਿੱਤਾ ਜਾਂਦਾ, ਸਗੋਂ ਸਨਮਾਨ ਮਿਲਦਾ ਹੈ, ਤੇ ਰਾਸ਼ਟਰਪਤੀ ਜੋ ਹਨ ਉਹਨਾਂ ਨੂੰ ਇਨਾਮ ਦਿੰਦੇ ਹਨ ਤੇ ਪਦਵੀਆਂ ਦਿੰਦੇ ਹਨ, ਤੇ ਭਗਵਾਨ ਵੀ ਹੁਣ ਉਹਨਾਂ ਦਾ ਸਤਿਕਾਰ ਕਰਨ ਲੱਗੇ ਹਨ, ਫਿਰ ਵੀ ਕੋਈ ਚੋਰੀ ਨਾ ਕਰੇ। ਜੇ ਕੋਈ ਇਹ ਕਹੇ ਕਿ ਜੇ ਚੋਰੀ ਨਹੀਂ ਕਰੇਗਾ ਉਹਨੂੰ ਨਰਕ 'ਚ ਸੁੱਟਿਆ ਜਾਏਗਾ ਤੇ ਸਾੜਿਆ ਜਾਏਗਾ, ਤੇ ਫਿਰ ਵੀ ਚੋਰੀ ਨਾ ਕਰ ਸਕੇ, ਤਾਂ ਸਮਝਣਾ ਕਿ ਉਹਦੇ ਮਨ ਦੀ ਸਥਿਤੀ ਅਚੋਰੀ ਦੀ ਹੋ ਗਈ ਹੈ, ਨਹੀਂ ਤਾਂ ਉਹਦੇ ਮਨ ਦੀ ਸਥਿਤੀ ਅਚੋਰੀ ਦੀ ਨਹੀਂ ਹੈ। ਇਹ ਸਾਰੀ ਗੱਲ ਹੈ। ਹੁਣ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਝਗੜਾ ਹੋਇਆ ਜਾਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਜਦੋਂ ਵੰਡ ਹੋਈ ਤਾਂ ਜੋ ਗੁਆਂਢ ਵਿੱਚ ਸਨ ਭਲੇ ਲੋਕ ਸਨ, ਮੰਦਰ ਜਾਂਦੇ ਸਨ, ਮਸਜਿਦ ਜਾਂਦੇ ਸਨ, ਉਹ ਇੱਕ ਦੂਜੇ ਦੀ ਛਾਤੀ 'ਚ ਛੁਰਾ ਮਾਰਨ ਲੱਗੇ ਕਿਉਂਕਿ ਮੌਕਾ ਮਿਲ ਗਿਆ। ਉਸ ਤੋਂ ਪਹਿਲਾਂ ਮੌਕਾ ਨਹੀਂ ਸੀ ਤਾਂ ਉਹ ਮਸਜਿਦ ਜਾਂਦੇ ਸਨ, ਹੁਣ ਮੌਕਾ ਮਿਲ ਗਿਆ ਤਾਂ ਛੁਰੇ ਮਾਰਨ ਲੱਗੇ। ਮੌਕਾ ਨਹੀਂ ਮਿਲਿਆ ਤਾਂ ਮੰਦਰ ਵਿੱਚ ਪ੍ਰਾਰਥਨਾ ਕਰਦੇ ਸੀ, ਮੌਕਾ ਮਿਲ ਗਿਆ ਤਾਂ ਮਕਾਨ ਨੂੰ ਅੱਗ ਲਗਾਉਣ ਲੱਗੇ। ਕੱਲ ਜਦੋਂ ਇਹ ਮੰਦਰ ਜਾ ਰਹੇ ਸਨ ਤਾਂ ਤੁਸੀਂ ਸੋਚਦੇ ਹੋ ਇਹ ਦੂਜੇ ਆਦਮੀ ਸਨ, ਇਹ ਛੁਰੇ ਮਾਰਨ ਵਾਲਾ ਆਦਮੀ ਕੱਲ ਵੀ ਮੌਜੂਦ ਸੀ, ਲੇਕਿਨ ਸਥਿਤੀ ਨਹੀਂ ਸੀ, ਇਸ ਲਈ ਪ੍ਰਗਟ ਨਹੀਂ ਹੋ ਰਿਹਾ ਸੀ, ਲੁਕਿਆ ਹੋਇਆ ਸੀ। ਅੱਜ ਸਥਿਤੀ ਪ੍ਰਗਟ ਹੋਣ ਵਾਲੀ ਹੋ ਗਈ ਹੈ, ਇਹ ਪ੍ਰਗਟ ਹੋ ਗਿਆ। ਕੱਲ ਲੱਗ ਰਿਹਾ ਸੀ ਕਿ ਮੰਦਰ ਜਾਣਾ ਪੁੰਨ ਹੈ, ਅੱਜ ਪਤਾ ਲੱਗ ਰਿਹਾ ਹੈ ਕਿ 10,000 ਹਿੰਦੂਆਂ ਨੂੰ ਵੱਢ ਸਕਦਾ ਹੈ, ਅੱਗ ਲਾ ਸਕਦਾ ਹੈ, ਜਾਂ ਮੁਸਲਮਾਨਾਂ ਨੂੰ ਅੱਗ ਲਾ ਸਕਦਾ ਹੈ, ਇਹ ਉਹੀ ਆਦਮੀ ਹੈ। ਮੇਰੇ ਪਿੰਡ 'ਚ ਉੱਥੇ ਹਿੰਦੂ ਮੁਸਲਿਮ ਦੰਗੇ ਹੋਏ ਤਾਂ ਮੈਂ ਦੇਖਿਆ ਕਿ ਉਹੀ ਲੋਕ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਭਲੇ ਹਨ, ਜੋ ਰੋਜ਼ ਸਵੇਰੇ ਗੀਤਾ ਚੁੱਕ ਕੇ ਪੜ੍ਹਦੇ ਹਨ, ਉਹ ਇਕੱਠ ਕਰਨ ਲੱਗੇ ਕਿ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਵੱਢਿਆ ਜਾਏ। ਤਾਂ ਮੈਂ ਮੰਨਦਾ ਕਿ ਜਦੋਂ ਗੀਤਾ ਨੂੰ ਪੜ੍ਹਦੇ ਸਨ ਇਹੋ ਦੇ ਉਹ ਬੰਦੇ ਸਨ, ਗੀਤਾ ਅੱਗੇ ਪੜ੍ਹ ਰਹੇ ਸਨ, ਅੰਦਰ ਉਹੀ ਮਾਰ ਧਾੜ ਲੁਕੀ ਹੋਈ ਸੀ, ਮੌਜੂਦ ਸੀ, ਸਥਿਤੀ ਨਹੀਂ ਸੀ। ਸਥਿਤੀ ਸਾਹਮਣੇ ਆ ਗਈ, ਇੱਕ ਨਾਰਾ ਖੜਾ ਹੋ ਗਿਆ ਕਿ ਹਿੰਦੂ ਮੁਸਲਮਾਨ 'ਚ ਦੰਗਾ ਹੋ ਗਿਆ, ਇੰਨੀ ਜੀ ਗੱਲ ਅਖਬਾਰ 'ਚ ਛਪ ਗਈ ਤੇ ਇਹ ਆਦਮੀ ਬਦਲ ਗਿਆ। ਉਹ ਮਕਾਨਾਂ ਨੂੰ ਅੱਗ ਲਾਉਣ ਦੀ ਸੋਚਣ ਲੱਗਾ, ਇਹੋ ਦਾ ਉਹ ਆਦਮੀ ਹੈ। ਮੌਕਾ ਇਸ ਕੋਲ ਨਹੀਂ ਸੀ, ਹੁਣ ਬਹਾਨਾ ਮਿਲ ਗਿਆ, ਹੁਣ ਇੱਕ ਮੌਕਾ ਮਿਲਿਆ ਕਿ ਆਪਣੀ ਹਿੰਸਾ ਦਿਖਾ ਸਕਦਾ ਹੈ, ਇੱਕ ਬਹਾਨੇ ਦਾ ਨਾਂ ਲੈ ਕੇ, ਇੱਕ ਸਲੋਗਨ ਕਿ ਮੈਂ ਹਿੰਦੂ ਹਾਂ, ਹਿੰਦੂ ਧਰਮ ਖਤਰੇ 'ਚ ਹੈ, ਮੁਸਲਮਾਨ ਨੂੰ ਖਤਮ ਕਰੋ। ਹੁਣ ਇਹ ਬਹਾਨਾ ਮਿਲ ਗਿਆ, ਹੁਣ ਇਹ ਖਤਰਾ ਖੜਾ ਕਰ ਸਕਦਾ ਹੈ। ਇਹਨਾਂ ਨੂੰ ਕੋਈ ਵੀ ਬਹਾਨਾ ਮਿਲ ਜਾਏ, ਗੁਜਰਾਤੀ ਤੇ ਮਰਾਠੀ 'ਚ ਝਗੜਾ ਹੋ ਜਾਏ, ਹਿੰਦੀ ਬੋਲਣ ਵਾਲੇ ਤੇ ਗੈਰ ਹਿੰਦੀ ਬੋਲਣ ਵਾਲਿਆਂ 'ਚ ਵਿਰੋਧ ਹੋ ਜਾਏ, ਤਾਂ ਇਹ ਅੱਗਾਂ ਲਾਉਣ ਲੱਗਣਗੇ, ਕਤਲ ਕਰਨ ਲੱਗਣਗੇ। ਇਹਨਾਂ ਦਾ ਸਾਰਾ ਧਰਮ, ਇਹਨਾਂ ਦੀ ਸਾਰੀ ਅਹਿੰਸਾ, ਇਹਨਾਂ ਦੀ ਸਾਰੀ ਨੈਤਿਕਤਾ ਇੱਕ ਪਾਸੇ ਧਰੀ ਰਹਿ ਜਾਏਗੀ। ਇਹਨਾਂ ਦੀ ਨੈਤਿਕਤਾ ਜੋ ਚੱਲ ਰਹੀ ਸੀ ਉਹ ਬਿਲਕੁਲ ਝੂਠੀ ਸੀ, ਉਹਦਾ ਕੋਈ ਮੁੱਲ ਨਹੀਂ ਸੀ। ਇਹਨਾਂ ਦੀ ਜੋ ਅਹਿੰਸਾ ਚੱਲ ਰਹੀ ਸੀ ਬਿਲਕੁਲ ਥੋਥੀ ਸੀ, ਉਹਦਾ ਕੋਈ ਮੁੱਲ ਨਹੀਂ। ਇਹਨਾਂ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਲੁਕੀਆਂ ਹੋਈਆਂ ਸਨ, ਮੌਕੇ ਦੀ ਤਲਾਸ਼ ਸੀ। ਤੁਸੀਂ ਦੁਨੀਆ 'ਚ ਮੌਕੇ ਦੇ ਦਿਓ, ਇਹ ਜ਼ਮੀਨ ਇਸੇ ਵਕਤ ਨਰਕ ਹੋ ਸਕਦੀ ਹੈ, ਇਸੇ ਪਲ। ਤੁਸੀਂ ਨਰਕ ਦਾ ਪੂਰਾ ਇੰਤਜ਼ਾਮ ਕੀਤੀ ਬੈਠੇ ਹੋ, ਲੇਕਿਨ ਮੰਦਰ ਵੀ ਜਾਂਦੇ ਹੋ, ਦਾਨ ਵੀ ਕਰਦੇ ਹੋ, ਗ੍ਰੰਥ ਵੀ ਪੜ੍ਹਦੇ ਹੋ, ਸਤਿਗੁਰੂ ਦੇ ਚਰਨਾਂ 'ਚ ਪ੍ਰਣਾਮ ਵੀ ਕਰਦੇ ਹੋ। ਇਹ ਸਾਰੀਆਂ ਗੱਲਾਂ ਵੀ ਹਨ ਤੇ ਤੁਸੀਂ ਹੁਣੇ ਨਰਕ ਬਣਾ ਦਿਓ ਇਸੇ ਥਾਂ ਨੂੰ, ਇਸੇ ਪਲ, 1 ਸੈਕਿੰਡ 'ਚ ਨਰਕ ਹੋ ਜਾਏ। ਇੱਕ ਨਾਰਾ ਉੱਠੇ ਤੇ ਇਹ ਹੁਣੇ ਨਰਕ ਹੋ ਜਾਏ। ਹੁਣੇ ਜਿਸ ਆਦਮੀ ਦੇ ਕੋਲ ਬੈਠ ਕੇ ਤੁਸੀਂ ਬੜੇ ਧਾਰਮਿਕ ਬਣੇ ਬੈਠੇ ਹੋ, ਉਸੇ ਦੀ ਗਰਦਨ ਦਬਾ ਸਕਦੇ ਹੋ ਇਸੇ ਵਕਤ। ਤਾਂ ਮੇਰਾ ਮੰਨਣਾ ਹੈ ਕਿ ਤੁਸੀਂ ਜਦੋਂ ਨਹੀਂ ਦਬਾ ਰਹੇ ਹੋ ਤਦ ਵੀ ਤੁਸੀਂ ਦਬਾਉਣ ਦੀ ਸਥਿਤੀ 'ਚ ਤਾਂ ਹੋ, ਨਹੀਂ ਤਾਂ ਇੱਕਦਮ ਕਿਵੇਂ ਸਥਿਤੀ ਆ ਜਾਏਗੀ। ਪਾਪ ਦੀ ਸਥਿਤੀ ਹੁੰਦੀ ਹੈ, ਪਾਪ ਦਾ ਕਰਮ ਨਹੀਂ ਹੁੰਦਾ, ਉਹ ਸਟੇਟ ਆਫ ਮਾਈਂਡ ਹੈ। ਤੇ ਜਦੋਂ ਤੱਕ ਅਸੀਂ ਉਹਨੂੰ ਕਰਮ ਸਮਝਾਂਗੇ ਤਦ ਤੱਕ ਦੁਨੀਆ ਵਿੱਚ ਬਹੁਤ ਕ੍ਰਾਂਤੀ ਨਹੀਂ ਹੋ ਸਕਦੀ, ਕਿਉਂਕਿ ਕਰਮ ਦਾ ਕੋਈ ਪਤਾ ਨਹੀਂ ਲੱਗਦਾ। ਕਰਮ ਤਾਂ ਮੌਕਾ ਬਾ ਮੌਕਾ ਪ੍ਰਗਟ ਹੁੰਦੇ ਹਨ ਤੇ ਚੰਗੇ ਚੰਗੇ ਬਹਾਨੇ ਲੈ ਕੇ ਪ੍ਰਗਟ ਹੋ ਜਾਂਦੇ ਹਨ, ਚੰਗੇ ਚੰਗੇ ਬਹਾਨੇ ਲੈਂਦੇ ਹਨ ਤੇ ਪ੍ਰਗਟ ਹੋ ਜਾਂਦੇ ਹਨ। ਇਸੇ ਲਈ ਇਹ ਸੰਭਵ ਹੋਇਆ ਕਿ ਦੁਨੀਆ 'ਚ ਕੋਈ ਵੀ ਸ਼ੈਤਾਨ ਆਦਮੀ, ਕੋਈ ਵੀ ਹਕੂਮਤ, ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਰਾਜਨੀਤੀਵਾਨ ਕਿਸੇ ਵੀ ਪਲ ਦੁਨੀਆ ਨੂੰ ਯੁੱਧ 'ਚ ਧੱਕ ਸਕਦਾ ਹੈ, ਕਿਸੇ ਵੀ ਪਲ, ਕਿਉਂਕਿ ਸਾਰੇ ਲੋਕ ਤਿਆਰ ਹਨ ਪਾਪ ਕਰਨ ਨੂੰ, ਬਿਲਕੁਲ ਤਿਆਰ ਹਨ,
ਮੌਕਾ ਨਹੀਂ ਹੈ ਉਹਨਾਂ ਨੂੰ। ਕਿਸੇ ਵੀ ਪਲ ਕੋਈ ਵੀ ਬਹਾਨਾ, ਡੈਮੋਕ੍ਰੇਸੀ ਦਾ, ਕਮਿਊਨਿਜ਼ਮ ਦਾ, ਭਾਰਤ ਦਾ, ਪਾਕਿਸਤਾਨ ਦਾ, ਹਿੰਦੂ ਦਾ, ਮੁਸਲਮਾਨ ਦਾ, ਕੋਈ ਵੀ ਨਾਰਾ, ਥੋੜ੍ਹੀ ਜਿਹੀ ਅੱਗ ਫੜਾਉਣ ਦੀ ਲੋੜ ਹੈ ਅਤੇ ਤੁਸੀਂ ਦੁਨੀਆ ਨੂੰ ਇੱਕਦਮ ਪਾਪ ਨਾਲ ਭਰ ਸਕਦੇ ਹੋ। ਫਿਰ ਲੱਖਾਂ ਲੋਕਾਂ ਨੂੰ ਵੱਢ ਸਕਦੇ ਹੋ ਅਤੇ ਮਜ਼ਾ ਲਓਗੇ। ਇਹੋ ਹੀ ਲੋਕ ਜੋ ਪਾਣੀ ਪੁਣ ਕੇ ਪੀਂਦੇ ਹਨ, ਇਹ ਖਬਰ ਸੁਣ ਕੇ ਪ੍ਰਸੰਨ ਹੁੰਦੇ ਹਨ ਕਿ ਪਾਕਿਸਤਾਨ ਦਾ ਫਲਾਣਾ ਪਿੰਡ ਬਰਬਾਦ ਕਰ ਦਿੱਤਾ ਗਿਆ ਜਾਂ ਹਿੰਦੁਸਤਾਨ ਦਾ ਫਲਾਣਾ ਪਿੰਡ ਬਰਬਾਦ ਕਰ ਦਿੱਤਾ ਗਿਆ। ਉਹੀ ਆਦਮੀ ਜੋ ਰੋਜ਼ ਨਮਾਜ਼ ਪੜ੍ਹਦਾ ਖੁਸ਼ ਹੁੰਦਾ ਹੈ ਕਿ ਚੰਗਾ ਹੋਇਆ। ਮੈਂ ਇਹ ਸਮਝ ਨਹੀਂ ਸਕਦਾ ਕਿ ਇਹ ਆਦਮੀ ਜੋ ਪਾਣੀ ਪੁਣ ਕੇ ਪੀਂਦਾ ਸੀ, ਅਖਬਾਰ 'ਚ ਪੜ੍ਹਦਾ ਹੈ, ਰਾਤ ਨੂੰ ਖਾਣਾ ਨਹੀਂ ਖਾਂਦਾ ਸੀ, ਅਖਬਾਰ 'ਚ ਪੜ੍ਹਦਾ ਹੈ ਕਿ ਇੰਨੇ ਪਾਕਿਸਤਾਨੀ ਮਰ ਗਏ, ਤਾਂ ਸੋਚਦਾ ਬਹੁਤ ਚੰਗਾ ਹੋਇਆ। ਇਹ ਆਦਮੀ ਅਹਿੰਸਕ ਹੈ। ਇਹਦਾ ਪਾਣੀ ਪੁਣ ਕੇ ਪੀਣਾ ਧੋਖਾ ਹੈ, ਬੇਈਮਾਨੀ ਹੈ। ਇਹਦਾ ਰਾਤ ਨੂੰ ਨਾ ਖਾਣਾ ਸਭ ਝੂਠੀ ਬਕਵਾਸ ਹੈ। ਇਹਦਾ ਕੋਈ ਮਤਲਬ ਤੇ ਮੁੱਲ ਨਹੀਂ ਹੈ। ਇਹਦਾ ਸਟੇਟ ਆਫ ਮਾਈਂਡ ਤਾਂ ਪਾਪ ਦਾ ਹੈ। ਇਹ ਕਰਮ ਕੁਰਮ ਕੁਝ ਵੀ ਕਰੇ, ਇਹਦੇ ਮਨ ਦੀ ਦਸ਼ਾ ਤਾਂ ਪਾਪ ਭਰਪੂਰ ਹੈ। ਇਸ ਲਈ ਦੁਨੀਆ ਨੂੰ ਕਦੀ ਵੀ ਕਿਸੇ ਵੀ ਭੂਚਾਲ 'ਚ ਧੱਕਿਆ ਜਾ ਸਕਦਾ ਹੈ, ਕਿਸੇ ਵੀ ਦੰਗੇ 'ਚ ਝੋਕਿਆ ਜਾ ਸਕਦਾ ਹੈ। ਲੋਕਾਂ ਦੇ ਕੰਮ ਤਾਂ ਬੜੇ ਚੰਗੇ ਲੱਗਦੇ ਹੁੰਦੇ ਹਨ, ਲੇਕਿਨ ਮਨ ਦੀ ਦਸ਼ਾ ਜ਼ਰਾ ਹੀ, ਸਕਿਨ ਡੀਪ, ਜ਼ਰਾ ਜਿਹੀ ਚਮੜੀ ਉਧੇੜੋ, ਅੰਦਰ ਪਾਪ ਮੌਜੂਦ ਹੈ ਤੇ ਕੰਮ ਬੜੇ ਚੰਗੇ ਚੰਗੇ ਕਰ ਰਹੇ ਹਨ। ਟੋਲਸਟਾਏ ਨੇ ਲਿਖਿਆ ਕਿ ਮੈਂ ਇੱਕ ਦਿਨ ਸੁਬਾਹ ਚਰਚ ਵਿੱਚ ਗਿਆ। ਹਨੇਰਾ ਸੀ, ਸਰਦੀ ਦੇ ਦਿਨ ਸਨ, ਬਰਫ਼ ਪੈਂਦੀ ਸੀ, ਕੋਈ ਨਹੀਂ ਸੀ ਚਰਚ ਵਿੱਚ। ਮੈਂ ਗਿਆ, ਇੱਕ ਹੋਰ ਆਦਮੀ ਸੀ, ਉਹ ਕਨਫੈਸ਼ਨ ਕਰ ਰਿਹਾ ਸੀ ਭਗਵਾਨ ਦੇ ਸਾਹਮਣੇ। ਉਹਨੂੰ ਪਤਾ ਨਹੀਂ ਸੀ ਕਿ ਕੋਈ ਦੂਜਾ ਵੀ ਹਨੇਰੇ 'ਚ ਮੌਜੂਦ ਹੈ, ਨਹੀਂ ਤਾਂ ਕਨਫੈਸ਼ਨ ਕਰਦਾ ਹੀ ਕਿਉਂ। ਉੱਥੇ ਕਹਿ ਰਿਹਾ ਸੀ ਕਿ ਹੇ ਪਰਮ ਪਿਤਾ, ਮੈਂ ਬੜਾ ਬੁਰਾ ਆਦਮੀ ਹਾਂ, ਮੇਰੇ ਮਨ 'ਚ ਬੜੇ ਪਾਪ ਉੱਠਦੇ ਹਨ, ਤੂੰ ਮੈਨੂੰ ਮਾਫ਼ ਕਰ। ਚੋਰੀ ਦਾ ਖਿਆਲ ਵੀ ਆਉਂਦਾ ਹੈ, ਪਰਾਈ ਇਸਤਰੀ ਦਾ ਖਿਆਲ ਵੀ ਆਉਂਦਾ ਹੈ, ਦੂਜੇ ਦਾ ਪੈਸਾ ਹੜੱਪ ਲੈਣ ਨੂੰ ਵੀ ਮਨ ਕਰਦਾ ਹੈ, ਤੂੰ ਮੈਨੂੰ ਮਾਫ਼ ਕਰ। ਉਹਨੂੰ ਪਤਾ ਨਹੀਂ ਸੀ ਕਿ ਉੱਥੇ ਕੋਈ ਹੋਰ ਆਦਮੀ ਵੀ ਖੜ੍ਹਾ ਹੈ। ਉਹ ਚਰਚ 'ਚੋਂ ਨਿਕਲਿਆ, ਟੋਲਸਟਾਏ ਉਹਦੇ ਪਿੱਛੇ ਹੋ ਲਿਆ। ਜਦੋਂ ਬਾਜ਼ਾਰ 'ਚ ਪਹੁੰਚੇ, ਸਵੇਰ ਹੋ ਗਈ ਸੀ, ਲੋਕ ਆ ਜਾ ਰਹੇ ਸਨ। ਉਹਨੇ ਜ਼ੋਰ ਨਾਲ ਉੱਚੀ ਆਵਾਜ਼ 'ਚ ਕਿਹਾ ਕਿ ਉਹ ਪਾਪੀ ਚੋਰ ਖੜਾ ਰਹਿ। ਉਹ ਆਦਮੀ ਬੋਲਿਆ, ਓਏ ਕੌਣ ਕਹਿੰਦਾ ਮੈਨੂੰ ਪਾਪੀ ਤੇ ਚੋਰ? ਟੋਲਸਟਾਏ ਨੇ ਕਿਹਾ, ਮੈਂ ਚਰਚ 'ਚ ਮੌਜੂਦ ਸੀ, ਮੈਂ ਸੁਣ ਲਿਆ। ਉਸ ਆਦਮੀ ਨੇ ਕਿਹਾ, ਜੇ ਦੁਬਾਰਾ ਮੂੰਹ ਬੋਲਿਆ ਤਾਂ ਅਦਾਲਤ ਵਿੱਚ ਮਾਨਹਾਨੀ ਦਾ ਮੁਕੱਦਮਾ ਠੋਕ ਦਿਆਂਗਾ। ਉਹ ਬੜਾ ਸਤਿਕਾਰਤ ਆਦਮੀ ਸੀ ਪਿੰਡ ਦਾ। ਉਹ ਤਾਂ ਮੈਂ ਭਗਵਾਨ ਦੇ ਸਾਹਮਣੇ ਕਿਹਾ ਸੀ, ਤੁਹਾਡੇ ਸਾਹਮਣੇ ਨਹੀਂ ਸੀ ਕਿਹਾ। ਟੋਲਸਟਾਏ ਨੇ ਕਿਹਾ ਮੈਂ ਤਾਂ ਇਹ ਸੋਚਿਆ ਕਿ ਤੂੰ ਮੰਨ ਲਿਆ ਕਿ ਤੂੰ ਪਾਪੀ ਹੈ, ਹੋਰ ਹੈ, ਲੇਕਿਨ ਤੂੰ ਮੰਨਣ ਨੂੰ ਰਾਜ਼ੀ ਨਹੀਂ, ਅਦਾਲਤ ਵਿੱਚ ਮੁਕੱਦਮਾ ਚਲਾਏਂਗਾ। ਇਹ ਸਥਿਤੀ ਹੈ ਸਾਡੇ ਮਨ ਦੀ। ਅੰਦਰ ਤਾਂ ਉਹ ਲੁਕਿਆ ਹੋਇਆ ਹੈ ਤੇ ਬਾਹਰ ਅਸੀਂ ਅਦਾਲਤ 'ਚ ਮੁਕੱਦਮਾ ਚਲਾਵਾਂਗੇ। ਜੇ ਸਾਨੂੰ ਕੋਈ ਚੋਰ ਕਹਿ ਦੇਵੇਗਾ, ਅਸੀਂ ਸ਼ਿਕਾਇਤ ਕਰਾਂਗੇ ਕਿ ਇਹ ਕੀ ਤੁਸੀਂ ਸਾਨੂੰ ਕਹਿ ਦਿੱਤਾ। ਤਾਂ ਸਾਡਾ ਕਰਮ, ਸਾਡਾ ਉੱਪਰ ਦਾ ਚੋਲਾ ਕੋਈ ਮੁੱਲ ਨਹੀਂ ਰੱਖਦਾ। ਮੁੱਲ ਤਾਂ ਮਨ ਰੱਖਦਾ ਹੈ, ਉਸ ਮਨ ਦੀ ਕ੍ਰਾਂਤੀ ਦੀ ਗੱਲ ਹੈ। ਤਾਂ ਮੈਂ ਮੰਨਦਾ, ਪਾਪ ਪੁੰਨ ਕਰਮਾਂ 'ਚ ਨਹੀਂ ਹੁੰਦੇ, ਪਾਪ ਪੁੰਨ ਹੁੰਦੇ ਹਨ ਮਨ ਦੀ ਦਸ਼ਾ ਵਿੱਚ। ਇੱਕ ਆਦਮੀ ਦੇ ਮਨ ਦੀ ਦਸ਼ਾ ਪਾਪ ਦੀ ਹੋਵੇ, ਅੰਧਕਾਰ ਦੀ ਹੋਵੇ, ਤਾਂ ਕੁਝ ਵੀ ਕਰੇ, ਕੁਝ ਵੀ ਕਰੇ, ਕਿੰਨਾ ਹੀ ਪਾਣੀ ਪੁਣੇ, ਕਿੰਨੀ ਵਾਰ ਪੁਣੇ, ਉਸ ਦੀ ਹਿੰਸਾ ਨਹੀਂ ਮਿਟੇਗੀ। ਤੇ ਕਿੰਨਾ ਹੀ ਰਾਤ ਨੂੰ ਖਾਏ, ਕਿੰਨੇ ਵਰਤ ਰੱਖੇ ਨਾ ਰੱਖੇ, ਕਿੰਨੀ ਪੂਜਾ ਕਰੇ, ਕਿੰਨੀ ਪ੍ਰਾਰਥਨਾ ਕਰੇ, ਕੁਝ ਵੀ ਕਰੇ, ਲੱਖ ਕਰੇ, ਜੇ ਮਨ ਦੇ ਅੰਦਰ ਦੀ ਦਸ਼ਾ ਅੰਧਕਾਰ ਭਰੀ ਹੈ, ਉਹਦਾ ਸਭ ਕੁਝ ਕਰਨਾ ਪਾਪ ਪੂਰਨ ਹੋਏਗਾ। ਉਹਦੇ ਅੰਦਰ ਪਾਪ ਦੀ ਸਥਿਤੀ ਬਣੀ ਰਹੇਗੀ, ਉਹ ਜਾ ਨਹੀਂ ਸਕਦੀ, ਉਹ ਕਿਸੇ ਵੀ ਸਥਿਤੀ 'ਚ ਨਹੀਂ ਜਾ ਸਕਦੀ। ਉਹਨੂੰ ਤਾਂ ਸਿੱਧੀ ਸੱਟ ਮਾਰਨੀ ਪਏਗੀ। ਕੋਈ ਹੋਰ ਉਪਾਵਾਂ ਨਾਲ ਅੰਦਰ ਪਰਿਵਰਤਨ ਹੋਵੇ, ਅੰਧਕਾਰ ਮਿਟੇ ਤੇ ਰੌਸ਼ਨੀ ਆਏ, ਤਦ ਉਹਦੇ ਕਰਮ ਪਰਿਵਰਤਿਤ ਹੋਣਗੇ। ਤਦ ਹੋ ਸਕਦਾ ਉਹ ਰਾਤ ਨੂੰ ਵੀ ਖਾਣਾ ਖਾ ਲਏ ਤੇ ਹਿੰਸਕ ਨਾ ਹੋਵੇ। ਤਦ ਹੋ ਸਕਦਾ ਪਾਣੀ ਵੀ ਬਿਨਾਂ ਪੁਣੇ ਕਦੀ ਪੀ ਲਵੇ ਤੇ ਹਿੰਸਕ ਨਾ ਹੋਵੇ। ਉਹ ਤਾਂ ਮਨ ਦੇ ਅੰਦਰ ਪਰਿਵਰਤਨ ਦੀ ਸਥਿਤੀ ਹੈ, ਉੱਥੇ ਪਰਿਵਰਤਨ ਹੋਣਾ ਚਾਹੀਦਾ ਤੇ ਤਦ ਫਿਰ ਜੀਵਨ ਦਾ ਕਰਮ ਸਹਿਜੇ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਠੀਕ ਕਰਨਾ ਨਹੀਂ ਹੁੰਦਾ, ਉਹ ਸਹਿਜੇ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਸਹਿਜੇ ਹੀ ਅੰਦਰੋਂ ਜਦੋਂ ਰੌਸ਼ਨੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਰਮ ਦਾ ਅੰਧਕਾਰ ਕੱਟਣ ਲੱਗਦਾ ਹੈ ਤੇ ਕਰਮ ਪੁੰਨ ਹੋਣ ਲੱਗਦੇ ਹਨ। ਮੈਂ ਸਮਝਦਾ ਮੇਰੀ ਗੱਲ ਸਮਝੋਗੇ। ਕਰਮ ਮੁੱਲਵਾਨ ਨਹੀਂ, ਮੁੱਲਵਾਨ ਸੋਝੀ ਦੀ ਸਥਿਤੀ ਹੈ। ਤੇ ਸੋਝੀ ਦੀ ਸਥਿਤੀ ਕਿਵੇਂ ਬਦਲੇ, ਉਹਦੇ ਮਾਰਗ ਉੱਤੇ ਹੀ ਅਸੀਂ ਵਿਚਾਰ ਕਰ ਰਹੇ ਹਾਂ।
ਲੇਕਿਨ ਇਹ ਨਜ਼ਰੀਆ ਤੁਸੀਂ ਖਿਆਲ 'ਚ ਰੱਖੋ, ਕਰਮਾਂ ਨੂੰ ਦੋਸ਼ ਨਾ ਦਿਓ। ਦੋਸ਼ ਹਮੇਸ਼ਾ ਅੰਦਰ ਬੈਠੇ ਵਿਅਕਤੀ ਦਾ ਹੈ। ਲੇਕਿਨ ਅਸੀਂ ਧੋਖਾ ਪੈਦਾ ਕਰ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕੀ ਹਰਜ ਹੈ, ਥੋੜ੍ਹਾ ਬਹੁਤ ਪਾਪ ਵੀ ਹੁੰਦਾ ਹੈ ਤਾਂ ਥੋੜ੍ਹਾ ਬਹੁਤ ਪੁੰਨ ਵੀ ਕਰਾਂਗੇ। ਇਹ ਅਸੰਭਵ ਹੈ। ਯਾਨੀ ਇਹ ਸੰਭਵ ਨਹੀਂ ਹੈ ਕਿ ਤੁਸੀਂ ਸੋਚਦੇ ਹੋ ਕਿ ਹੁਣ ਚਲੋ ਕੋਈ ਗੱਲ ਨਹੀਂ, ਇੰਨਾ ਪਾਪ ਕਰਦੇ ਹਾਂ, ਇੱਕ ਅੱਧ ਪੁੰਨ ਵੀ ਕਰ ਲਈਏ, ਉਸ ਪਾਸੇ ਵੀ ਕੁਝ ਖਾਤੇ 'ਚ ਜਮ੍ਹਾਂ ਹੋ ਜਾਏ। ਇਹ ਅਸੰਭਵ ਹੈ। ਜਾਂ ਤਾਂ ਪਾਪ ਹੋਏਗਾ ਜਾਂ ਪਾਪ ਨਹੀਂ ਹੋਏਗਾ, ਵਿਚਕਾਰ ਦੀ ਕੋਈ ਸਥਿਤੀ ਨਹੀਂ ਹੈ। ਇਹ ਨਹੀਂ ਹੋ ਸਕਦਾ ਕਿ ਥੋੜਾ ਪਾਪ ਕਰੀਏ ਥੋੜਾ ਨਾ ਕਰੀਏ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਅੰਦਰ ਮਨ ਅਖੰਡ ਹੈ, ਉਹਦੇ ਟੋਟੇ ਨਹੀਂ ਹਨ। ਉਸ 'ਚ ਅਜਿਹਾ ਨਹੀਂ ਹੈ ਕਿ ਅੱਧਾ ਮਨ ਪਾਪ ਨਾਲ ਭਰਿਆ, ਅੱਧਾ ਪੁੰਨ ਨਾਲ ਭਰਿਆ। ਅਜਿਹਾ ਕੋਈ ਕੰਪਾਰਟਮੈਂਟ, ਅਜਿਹੀ ਕੋਈ ਵੰਡ ਨਹੀਂ ਹੈ। ਮਨ ਇਕੱਠਾ ਹੈ। ਇਸ ਲਈ ਜਿਸ ਇਕੱਠੇ ਮਨ ਵਿੱਚੋਂ ਥੋੜੇ ਜਿਹੇ ਪਾਪ ਨਿਕਲ ਰਹੇ ਹਨ, ਉਸ ਮਨ ਵਿੱਚੋਂ ਕਿਸੇ ਵੀ ਸਥਿਤੀ 'ਚ ਪੁੰਨ ਨਹੀਂ ਨਿਕਲ ਸਕਦਾ। ਉਹ ਤਾਂ ਮਨ ਪਾਪ ਨਾਲ ਭਰਿਆ ਹੈ, ਤੇ ਜੇ ਉਸ ਵਿੱਚੋਂ ਪੁੰਨ ਨਿਕਲਣ ਲੱਗੇ ਤਾਂ ਉਸ ਵਿੱਚੋਂ ਪਾਪ ਨਹੀਂ ਨਿਕਲ ਸਕਦਾ। ਯਾਨੀ ਮੇਰਾ ਮੰਨਣਾ ਇਹ ਹੈ ਕਿ ਇੱਕ ਤੁਸੀਂ ਰੌਸ਼ਨੀ ਦਾ ਦੀਵਾ ਬਾਲੋ ਤਾਂ ਅਜਿਹਾ ਨਹੀਂ ਹੋ ਸਕਦਾ ਕਿ ਉਸ ਵਿੱਚੋਂ ਹਨੇਰਾ ਹੀ ਨਿਕਲ ਰਿਹਾ, ਥੋੜਾ ਜਿਹਾ ਥੋੜੀ ਰੌਸ਼ਨੀ ਵੀ ਨਿਕਲ ਰਹੀ ਹੈ। ਅਜਿਹਾ ਨਹੀਂ ਹੋ ਸਕਦਾ। ਜਾਂ ਤਾਂ ਰੌਸ਼ਨੀ ਨਿਕਲੇਗੀ ਜਾਂ ਫਿਰ ਦੀਵਾ ਬੁਝਿਆ ਰਹੇਗਾ ਤਾਂ ਹਨੇਰਾ ਹੀ ਨਿਕਲੇਗਾ। ਲੇਕਿਨ ਇਸ ਭਰਮ 'ਚ ਤੁਸੀਂ ਨਾ ਰਹਿਣਾ ਕਿ ਥੋੜਾ ਬਹੁਤ ਤਾਂ ਕਰਦੇ ਹੀ ਚਲੀਏ, ਥੋੜਾ ਬਹੁਤ ਨਹੀਂ ਹੁੰਦਾ। ਪੂਰਾ ਪਰਿਵਰਤਨ ਕਰਨਾ ਹੁੰਦਾ ਹੈ, ਥੋੜਾ ਬਹੁਤ ਬਿਲਕੁਲ ਨਹੀਂ ਹੁੰਦਾ। ਇਸ ਨਾਲ ਭਰਮ ਪੈਦਾ ਹੁੰਦਾ ਹੈ, ਧੋਖਾ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਦੁਨੀਆ ਭਰ ਦੇ ਹਥਿਆਰੇ, ਬੇਈਮਾਨ, ਲੁਟੇਰੇ ਸੰਪਤੀ ਇਕੱਠੀ ਕਰਦੇ ਜਾਂਦੇ ਹਨ, ਥੋੜਾ ਬਹੁਤ ਦਾਨ ਵੀ ਕਰਦੇ ਜਾਂਦੇ ਹਨ, ਇਸ ਖਿਆਲ ਨਾਲ ਕਿ ਚਲੋ ਇਹ ਪੁੰਨ ਵੀ ਹੋ ਗਿਆ। ਇਸ ਭਰਮ 'ਚ ਕੋਈ ਨਾ ਰਹੇ, ਕਿਉਂਕਿ ਸੰਪਤੀ ਇਕੱਠੀ ਕਰਨਾ ਇੰਨਾ ਵੱਡਾ ਪਾਪ ਹੈ ਕਿ ਦਾਨ ਨਾਲ ਕੋਈ ਪੁੰਨ ਨਹੀਂ ਹੋ ਸਕਦਾ। ਸੰਪਤੀ ਇਕੱਠੀ ਕਰਨਾ ਇੰਨਾ ਵੱਡਾ ਪਾਪ ਹੈ, ਬਹੁਤ ਡੂੰਘਾਈ ਵਿੱਚ, ਬਹੁਤ ਜੜ ਵਿੱਚ, ਕਿ ਦਾਨ ਨਾਲ ਕੋਈ ਪੁੰਨ ਨਹੀਂ ਹੋ ਸਕਦਾ। ਕੋਈ ਕਿੰਨਾ ਵੀ ਦਾਨੀ ਕਿਉਂ ਨਾ ਕਹੇ, ਧੋਖੇ 'ਚ ਨਾ ਆ ਜਾਣਾ। ਇਹ ਸਭ ਦਾਨ ਖਿੱਚਣ ਦੀਆਂ ਤਰਕੀਬਾਂ ਹਨ, ਉਹ ਤੁਹਾਡੀ ਜੇਬ ਖਾਲੀ ਕਰਨ ਦੀਆਂ ਤਰਕੀਬਾਂ ਹਨ। ਲੇਕਿਨ ਇਸ ਭਰਮ 'ਚ ਨਾ ਪੈ ਜਾਣਾ ਕਿ ਤੁਹਾਡੇ ਵੱਲੋਂ ਦਾਨ ਹੋ ਜਾਏਗਾ। ਤੁਹਾਡੀ ਸਾਰੀ ਪ੍ਰਵਿਰਤੀ ਇਕੱਠਾ ਕਰਨ ਦੀ ਹੈ। ਉਸ ਇਕੱਠਾ ਕਰਨ ਦੀ ਪ੍ਰਵਿਰਤੀ ਵਿੱਚੋਂ ਦਾਨ ਹੋ ਹੀ ਨਹੀਂ ਸਕਦਾ, ਤੇ ਜੇ ਹੋਵੇਗਾ ਤੇ ਉਸ ਵਿੱਚ ਕੋਈ ਨਾ ਕੋਈ ਅੱਗੇ ਇਕੱਠਾ ਕਰਨ ਦੀ ਸੋਚ ਹੋਏਗੀ ਕਿ ਚਲੋ ਕੁਝ ਦਿਓ, ਕਿਤੇ ਭਗਵਾਨ ਹੋਵੇ ਤਾਂ ਥੋੜਾ ਖਿਆਲ ਰੱਖੇਗਾ, ਕਿਤੇ ਸਵਰਗ ਹੋਵੇ ਤਾਂ ਛੋਟਾ ਜਿਹਾ ਸਟੂਲ ਨਹੀਂ ਮਿਲੇਗਾ, ਜ਼ਰਾ ਵੱਡੀ ਕੁਰਸੀ ਮਿਲੇਗੀ। ਕੋਈ ਨਾ ਕੋਈ ਸੋਚ ਪਿੱਛੇ ਹੋਏਗੀ, ਕੋਈ ਨਾ ਕੋਈ ਅੰਦਰ ਗੱਲ ਹੋਏਗੀ, ਕਿਉਂਕਿ ਇਹ ਅਸੰਭਵ ਹੈ ਕਿ ਇੱਕ ਆਦਮੀ ਇੱਧਰੋਂ ਲੋਕਾਂ ਦੀ ਹੱਤਿਆ ਕਰਦਾ ਰਹੇ ਤੇ ਇੱਕ ਪਾਸੇ ਹਸਪਤਾਲ ਬਣਾਉਂਦਾ ਜਾਏ। ਇਹ ਬਿਲਕੁਲ ਅਸੰਭਵ ਹੈ। ਯਾਨੀ ਇਹ ਆਦਮੀ ਬਿਲਕੁਲ ਗੜਬੜ ਹੈ, ਇਹਨੂੰ ਪਤਾ ਹੀ ਨਹੀਂ ਕਿ ਇਹ ਕੀ ਕਰ ਰਿਹਾ ਹੈ। ਇਹ ਹੋ ਹੀ ਨਹੀਂ ਸਕਦਾ। ਇਹ ਬਿਲਕੁਲ ਹੀ ਅਸੰਭਵ ਗੱਲ ਹੈ ਕਿ ਇੱਕ ਹੀ ਆਦਮੀ ਤੋਂ ਇਹ ਦੋਵੇਂ ਗੱਲਾਂ ਇਕੱਠੀਆਂ ਹੁੰਦੀਆਂ ਰਹਿਣ। ਇਹਨਾਂ ਵਿੱਚੋਂ ਇੱਕ ਗੱਲ ਝੂਠੀ ਹੋਏਗੀ, ਇੱਕ ਗੱਲ ਸੱਚੀ ਨਹੀਂ ਹੋ ਸਕਦੀ। ਇਹ ਸਿਰਫ ਮੁਖੌਟਾ ਹੋਏਗਾ। ਲੇਕਿਨ ਅਸੀਂ ਇਹ ਧੋਖਾ ਖਾਂਦੇ ਰਹਿੰਦੇ ਹਾਂ, ਆਪਣੇ ਆਪ ਨੂੰ ਧੋਖਾ ਦਿੰਦੇ ਰਹਿੰਦੇ ਹਾਂ, ਇਸ ਲਈ ਕਿ ਸਾਨੂੰ ਥੋੜੀ ਸੌਖ ਹੋ ਜਾਂਦੀ ਹੈ। ਕੋਈ ਆਦਮੀ ਆਪਣੇ ਆਪ ਨੂੰ ਪਾਪੀ ਨਹੀਂ ਮੰਨਣਾ ਚਾਹੁੰਦਾ। ਪਾਪੀ ਮੰਨਣ ਵਿੱਚ ਬੜੀ ਹੇਠੀ ਹੁੰਦੀ ਹੈ, ਤਾਂ ਥੋੜਾ ਬਹੁਤ ਅਜਿਹਾ ਕਰ ਲਿਆ ਜਾਏ ਜਿਹਨੂੰ ਲੋਕ ਪੁੰਨ ਕਹਿੰਦੇ ਹਨ, ਤਾਂ ਹੇਠੀ ਤੋਂ ਬਚਾਅ ਹੋ ਜਾਂਦਾ ਹੈ, ਆਪਣੀ ਹੇਠੀ ਬਚ ਜਾਂਦੀ ਹੈ। ਥੋੜਾ ਅਜਿਹਾ ਲੱਗਦਾ ਹੈ ਕਿ ਆਖਰ ਅਸੀਂ ਵੀ ਕੁਝ ਤਾਂ ਪੁੰਨ ਕਰਦੇ ਹੀ ਹਾਂ। ਕੋਈ ਫਿਕਰ ਨਹੀਂ, ਥੋੜਾ ਕਰਦੇ ਹਾਂ ਤਾਂ ਕੁਝ ਕਰਦੇ ਹਾਂ, ਫਿਰ ਹੌਲੀ ਹੌਲੀ ਵਧਾਂਗੇ। ਇੰਝ ਹੌਲੀ ਹੌਲੀ ਵੱਧਦੇ ਜ਼ਿਆਦਾ ਪੁੰਨ ਕਰ ਲਵਾਂਗੇ ਤਾਂ ਆਪਣੀਆਂ ਅੱਖਾਂ ਵਿੱਚ ਆਪਣੀ ਤਸਵੀਰ ਨੂੰ ਬਿਲਕੁਲ ਅੰਧਕਾਰਪੂਰਨ ਹਨੇਰੇ ਨਾਲ ਪੋਚੀ ਹੋਈ ਕੋਈ ਨਹੀਂ ਦੇਖਣਾ ਚਾਹੁੰਦਾ। ਸੋਚਦੇ ਹਾਂ ਥੋੜਾ ਬਹੁਤ ਤਾਂ ਸਫੈਦ ਰੰਗ ਦਿਸੇ, ਤਾਂ ਸਫੈਦ ਰੰਗ ਦਿਖਾਉਣ ਲਈ ਥੋੜਾ ਬਹੁਤ ਕਰਦੇ ਹਨ, ਉਹਨੂੰ ਅਸੀਂ ਪੁੰਨ ਕਹਿੰਦੇ ਹਾਂ। ਇਹ ਸਭ ਝੂਠੀ ਗੱਲ ਹੈ। ਜਦੋਂ ਤੱਕ ਸਾਡੇ ਮਨ ਦੀ ਮੁੱਢੋਂ ਕ੍ਰਾਂਤੀ ਨਾ ਹੋਵੇ ਤਦ ਤੱਕ ਕੋਈ ਪਰਿਵਰਤਨ ਨਹੀਂ ਹੋ ਸਕਦਾ। ਤਾਂ ਜਾਂ ਤਾਂ ਪਾਪ ਹੁੰਦਾ ਹੈ ਜਾਂ ਪੁੰਨ ਹੁੰਦਾ ਹੈ। ਪਾਪ ਤੇ ਪੁੰਨ ਕਿਸੇ ਵਿਅਕਤੀ ਦੇ ਨਾਲੋਂ ਨਾਲ ਨਹੀਂ ਹੋ ਸਕਦੇ। ਮੇਰਾ ਨਜ਼ਰੀਆ ਮੈਂ ਤੁਹਾਨੂੰ ਦੱਸਾਂ, ਮੇਰੀ ਸਮਝ ਮੈਂ ਤੁਹਾਨੂੰ ਦੱਸਾਂ, ਮੈਨੂੰ ਇਵੇਂ ਹੀ ਦਿਖਾਈ ਦਿੰਦਾ ਹੈ ਕਿ ਇਹ ਅਸੰਭਾਵਨਾ ਹੈ, ਇਹ ਬਿਲਕੁਲ ਅਸੰਭਾਵਨਾ। ਹਾਂ, ਜੇ ਵਿਅਕਤੀ ਦੀ ਸੋਝੀ ਰੋਸ਼ਨ ਹੋ ਜਾਏ ਤਾਂ ਉਸ ਨਾਲ ਪਾਪ ਅਸੰਭਵ ਹੈ। ਇੱਕ ਛੋਟੀ ਜਿਹੀ ਕਹਾਣੀ ਦੱਸਾਂ, ਫਿਰ ਇਹ ਚਰਚਾ ਪੂਰੀ ਕਰਾਂਗਾ, ਫਿਰ ਰਾਤ ਦੇ ਧਿਆਨ ਲਈ ਅਸੀਂ ਬੈਠਾਂਗੇ। ਇੱਕ ਛੋਟੇ ਜਿਹੇ ਪਿੰਡ ਦੇ ਬਾਹਰ ਇੱਕ ਸਾਧੂ ਠਹਿਰਿਆ ਹੋਇਆ ਸੀ। ਨੌਜਵਾਨ ਸਾਧੂ ਹੈ, ਸਾਰਾ ਪਿੰਡ ਸਨਮਾਨ ਕਰਦਾ ਹੈ। ਇੱਕ ਦਿਨ ਅਚਾਨਕ ਸਾਰੀ ਹਵਾ ਬਦਲ ਗਈ। ਪਿੰਡ 'ਚ ਇੱਕ ਲੜਕੀ ਨੂੰ ਬੱਚਾ ਪੈਦਾ ਹੋਇਆ ਤੇ ਉਸ ਲੜਕੀ ਨੇ ਕਿਹਾ
ਕਿ ਉਹ ਸਾਧੂ ਦਾ ਬੱਚਾ ਹੈ। ਸਾਰਾ ਪਿੰਡ ਬਦਲ ਗਿਆ। ਆਦਰ ਦੇ ਅਨਾਦਰ ਵਿੱਚ ਬਦਲਣ ਨੂੰ ਦੇਰ ਥੋੜ੍ਹਾ ਹੀ ਲੱਗਦੀ ਹੈ, ਕਿਉਂਕਿ ਜੋ ਆਦਰ ਦਿੰਦੇ ਹਨ ਉਹਨਾਂ ਦੇ ਪਿੱਛੇ ਅਨਾਦਰ ਦੀ ਪੂਰੀ ਤਿਆਰੀ ਰਹਿੰਦੀ ਹੈ ਕਿ ਮੌਕਾ ਮਿਲ ਜਾਏ ਤੇ ਹੁਣੇ ਅਨਾਦਰ ਕਰੀਏ। ਇਸ ਲਈ ਜਦੋਂ ਕਦੀ ਕੋਈ ਕਿਸੇ ਨੂੰ ਆਦਰ ਦੇਵੇ ਤਾਂ ਬਹੁਤ ਸਾਵਧਾਨ ਰਹਿਣਾ। ਉਹ ਅਨਾਦਰ ਦੀ ਤਿਆਰੀ ਵੀ ਕਰ ਰਿਹਾ ਹੈ ਕਿਸੇ ਵੀ ਵੇਲੇ, ਕਿਉਂਕਿ ਜਿਨ੍ਹਾਂ ਕਾਰਨਾਂ ਨਾਲ ਉਹ ਆਦਰ ਦੇ ਰਿਹਾ ਹੈ ਉਹ ਬੜੇ ਬਰੀਕ ਹਨ। ਜ਼ਰਾ ਜਿੰਨੇ ਦੂਜੇ ਕਾਰਨ ਮੌਜੂਦ ਹੋ ਜਾਣ ਸਭ ਗੜਬੜ ਹੋ ਜਾਏਗੀ। ਇਸ ਲਈ ਆਦਰ ਦੇਣ ਵਾਲੇ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਉਹ ਅਨਾਦਰ ਕਰ ਸਕਦਾ ਹੈ। ਸਾਰਾ ਪਿੰਡ ਬਦਲ ਗਿਆ। ਪਿੰਡ ਟੁੱਟ ਪਿਆ। ਉਹਦੀ ਝੁੱਗੀ ਨੂੰ ਅੱਗ ਲਾਤੀ। ਉਸ ਸੁਬਾਹ ਬਾਹਰ ਬੈਠਾ ਧੁੱਪ ਸੇਕ ਰਿਹਾ ਸੀ। ਠੰਡ ਦੇ ਦਿਨ ਸਨ। ਉਹਨੇ ਪੁੱਛਿਆ ਕਿ ਕੀ ਮਾਮਲਾ ਹੈ। ਤਾਂ ਜਾ ਕੇ ਲੋਕਾਂ ਨੇ ਕਿਹਾ, ਮਾਮਲਾ ਪੁੱਛਦੇ ਹੋ? ਤੇ ਉਹ ਬੱਚਾ ਉਹਦੇ ਉੱਤੇ ਸੁੱਟ ਦਿੱਤਾ ਤੇ ਕਿਹਾ ਕਿ ਮਾਮਲਾ ਇਹ ਹੈ, ਪਛਾਣੋ, ਇਹ ਤੁਹਾਡਾ ਬੱਚਾ ਹੈ। ਉਹਨੇ ਕਿਹਾ, ਇਜ਼ ਇਟ ਸੋ? ਇੰਜ ਗੱਲ ਹੈ? ਉਹਨੇ ਉਹਨੂੰ ਗੌਰ ਨਾਲ ਦੇਖਿਆ, ਉਹਨੂੰ ਮੋਢੇ ਨਾਲ ਲਾ ਲਿਆ। ਉਹ ਰੋਂਦਾ ਸੀ। ਉਹਨੂੰ ਸਮਝਾਉਣ ਲੱਗਾ। ਪਿੰਡ ਦੇ ਲੋਕ ਗਾਲਾਂ ਕੱਢਦੇ ਵਾਪਸ ਪਰਤ ਆਏ। ਫਿਰ ਉਹੀ ਸਾਧੂ ਭਿੱਖਿਆ ਮੰਗਣ ਗਿਆ। ਕੱਲ੍ਹ ਤੱਕ ਵੱਡੇ ਵੱਡੇ ਲੋਕ ਆ ਕੇ ਕਹਿੰਦੇ ਸਨ ਕਿ ਸਾਡੇ ਘਰ 'ਚ ਪੈਰ ਰੱਖ ਦਿਓ ਤਾਂ ਪਵਿੱਤਰ ਹੋ ਜਾਏ। ਉਹਨਾਂ ਹੀ ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ। ਉਹ ਦਰਵਾਜ਼ੇ 'ਤੇ ਖੜ੍ਹਾ ਹੈ ਕਿ ਮੈਨੂੰ ਰੋਟੀ ਮਿਲ ਜਾਏ। ਉਹ ਦਰਵਾਜ਼ੇ ਜੋ ਕਹਿੰਦੇ ਸਨ ਕਿ ਤੁਹਾਡੇ ਪੈਰ ਪੈ ਜਾਣ ਤਾਂ ਪਵਿੱਤਰ ਹੋ ਜਾਏਗਾ ਸਾਡਾ ਘਰ, ਉਹੀ ਦਰਵਾਜ਼ੇ ਬੰਦ ਹੋ ਗਏ। ਉਹਨਾਂ ਕਿਹਾ, ਅੱਗੇ ਤੁਰਦੇ ਬਣੋ, ਕਦੀ ਭੁੱਲ ਕੇ ਇਸ ਦਰ 'ਤੇ ਦੁਬਾਰਾ ਪਰਛਾਵਾਂ ਵੀ ਨਾ ਪਾਏ। ਪਿੰਡ ਦੇ ਬੱਚਿਆਂ ਦੀ, ਲੋਕਾਂ ਦੀ ਭੀੜ ਉਹਦੇ ਪਿੱਛੇ ਗਾਲਾਂ ਕੱਢਦੀ ਹੋਈ ਰੋੜੇ ਮਾਰਦੀ ਗਈ। ਫਿਰ ਉਸ ਦਰਵਾਜ਼ੇ ਦੇ ਸਾਹਮਣੇ ਪਹੁੰਚਿਆ ਜਿਹਦੀ ਬੇਟੀ ਦਾ ਇਹ ਲੜਕਾ ਹੈ, ਤੇ ਉਹਨੇ ਉਸ ਦਰਵਾਜ਼ੇ ਦੇ ਸਾਹਮਣੇ ਆਵਾਜ਼ ਮਾਰੀ ਕਿ ਕਸੂਰ ਮੇਰਾ ਹੋਏਗਾ ਇਹਦਾ ਬਾਪ ਹੋਣ ਵਿੱਚ, ਲੇਕਿਨ ਇਹਦਾ ਮੇਰਾ ਬੇਟਾ ਹੋਣ ਵਿੱਚ ਤਾਂ ਕੋਈ ਕਸੂਰ ਨਹੀਂ ਹੋ ਸਕਦਾ। ਬਾਪ ਹੋਣ 'ਚ ਮੇਰੀ ਗਲਤੀ ਹੋਏਗੀ, ਲੇਕਿਨ ਇਸ ਦੀ ਤਾਂ ਕੋਈ ਗਲਤੀ ਨਹੀਂ ਹੋ ਸਕਦੀ। ਘੱਟੋ ਘੱਟ ਇਹਨੂੰ ਤਾਂ ਦੁੱਧ ਮਿਲ ਜਾਏ। ਉਹ ਲੜਕੀ ਬੂਹੇ 'ਤੇ ਖੜੀ ਸੀ। ਉਹਦੇ ਪ੍ਰਾਣ ਕੰਬ ਗਏ। ਫਕੀਰ ਭੀੜ ਵਿੱਚ ਘਿਰਿਆ ਹੋਇਆ ਪੱਥਰ ਖਾਂਦਾ ਹੋਇਆ ਦੇਖ ਕੇ ਉਸ ਬੱਚੇ ਨੂੰ ਬਚਾ ਰਿਹਾ ਹੈ। ਉਹਦੇ ਮੱਥੇ ਤੋਂ ਖੂਨ ਵਹਿ ਰਿਹਾ ਹੈ। ਸੱਚੀ ਗੱਲ ਲੁਕਾਉਣੀ ਮੁਸ਼ਕਿਲ ਹੋ ਗਈ। ਉਹਨੇ ਆਪਣੇ ਬਾਪ ਦੇ ਪੈਰ ਫੜ ਕੇ ਕਿਹਾ ਕਿ ਮਾਫ਼ ਕਰੋ, ਇਸ ਫਕੀਰ ਨੂੰ ਤਾਂ ਮੈਂ ਪਛਾਣਦੀ ਵੀ ਨਹੀਂ। ਸਿਰਫ ਇਹਦੇ ਅਸਲੀ ਬਾਪ ਨੂੰ ਬਚਾਉਣ ਲਈ ਮੈਂ ਇਸ ਫਕੀਰ ਦਾ ਝੂਠਾ ਨਾਂ ਲੈ ਦਿੱਤਾ ਸੀ। ਉਹ ਬਾਪ ਆ ਕੇ ਫਕੀਰ ਦੇ ਪੈਰਾਂ 'ਚ ਡਿੱਗ ਪਿਆ ਤੇ ਬੱਚੇ ਨੂੰ ਖੋਹਣ ਲੱਗਾ ਤੇ ਕਿਹਾ, ਮਾਫ਼ ਕਰ ਦਿਓ। ਉਸ ਫਕੀਰ ਨੇ ਪੁੱਛਿਆ, ਲੇਕਿਨ ਗੱਲ ਕੀ ਹੈ? ਬੇਟੇ ਨੂੰ ਖੋਹਦੇ ਕਿਉਂ? ਉਹਦੇ ਬਾਪ ਨੇ ਕਿਹਾ, ਲੜਕੀ ਦੇ ਬਾਪ ਨੇ, ਕਿ ਤੁਸੀਂ ਕਿਹੋ ਜਿਹੇ ਨਾ ਸਮਝੋ। ਤੁਸੀਂ ਸੁਬਾਹ ਹੀ ਕਿਉਂ ਨਾ ਦੱਸਿਆ ਕਿ ਬੇਟਾ ਤੁਹਾਡਾ ਨਹੀਂ ਹੈ? ਤੁਸੀਂ ਛੱਡ ਦਿਓ, ਇਹ ਬੇਟਾ ਤੁਹਾਡਾ ਨਹੀਂ ਹੈ, ਸਾਡੇ ਕੋਲੋਂ ਭੁੱਲ ਹੋ ਗਈ। ਉਹ ਫਕੀਰ ਕਹਿਣ ਲੱਗਾ, ਇਜ਼ ਇਟ ਸੋ? ਮੇਰਾ ਬੇਟਾ ਨਹੀਂ ਹੈ? ਲੇਕਿਨ ਤੁਸੀਂ ਤਾਂ ਸਵੇਰੇ ਕਹਿੰਦੇ ਸੀ ਕਿ ਮੇਰਾ ਹੈ, ਤੇ ਭੀੜ ਤਾਂ ਕਦੀ ਝੂਠ ਬੋਲਦੀ ਨਹੀਂ। ਹੁਣ ਤੁਸੀਂ ਜਦੋਂ ਕਹਿੰਦੇ ਹੋ ਕਿ ਮੇਰਾ ਨਹੀਂ ਹੈ ਤਾਂ ਨਹੀਂ ਹੋਏਗਾ। ਲੇਕਿਨ ਲੋਕ ਕਹਿਣ ਲੱਗੇ ਕਿ ਤੁਸੀਂ ਕਿਹੋ ਜਿਹੇ ਪਾਗਲ ਹੋ, ਤੁਸੀਂ ਸਵੇਰੇ ਕਿਉਂ ਨਹੀਂ ਕਿਹਾ ਕਿ ਬੇਟਾ ਤੁਹਾਡਾ ਨਹੀਂ ਹੈ? ਤੁਸੀਂ ਇੰਨੀ ਨਿੰਦਿਆ ਤੇ ਬੇਇੱਜ਼ਤੀ ਝੱਲਣ ਨੂੰ ਤਿਆਰ ਕਿਵੇਂ ਹੋ ਗਏ? ਉਹ ਫਕੀਰ ਕਹਿਣ ਲੱਗਾ, ਮੈਂ ਕਦੀ ਤੁਹਾਡਾ ਫਿਕਰ ਨਹੀਂ ਕੀਤਾ ਕਿ ਤੁਸੀਂ ਕੀ ਸੋਚਦੇ ਹੋ। ਤੁਸੀਂ ਆਦਰ ਦਿੰਦੇ ਹੋ ਜਾਂ ਅਨਾਦਰ, ਤੁਸੀਂ ਸ਼ਰਧਾ ਦਿੰਦੇ ਹੋ ਜਾਂ ਨਿੰਦਿਆ। ਮੈਂ ਤੁਹਾਡੀਆਂ ਅੱਖਾਂ ਵੱਲ ਦੇਖਣਾ ਬੰਦ ਕਰ ਦਿੱਤਾ ਹੈ, ਕਿਉਂਕਿ ਮੈਂ ਆਪਣੇ ਵੱਲ ਦੇਖਾਂ ਕਿ ਤੁਹਾਡੀਆਂ ਅੱਖਾਂ ਵੱਲ ਦੇਖਾਂ, ਤੇ ਜਦੋਂ ਤੱਕ ਮੈਂ ਤੁਹਾਡੇ ਵੱਲ ਦੇਖਿਆ ਤਦ ਤੱਕ ਆਪਣੇ ਆਪ ਨੂੰ ਦੇਖਣਾ ਮੁਸ਼ਕਿਲ ਸੀ, ਕਿਉਂਕਿ ਤੁਹਾਡੀ ਅੱਖ ਤਾਂ ਹਰ ਪਲ ਬਦਲ ਰਹੀ ਹੈ ਤੇ ਹਰ ਆਦਮੀ ਦੀ ਅੱਖ ਅਲੱਗ ਹੈ। ਇਹ ਹਜ਼ਾਰ ਹਜ਼ਾਰ ਸ਼ੀਸ਼ੇ ਹਨ। ਮੈਂ ਕਿਸ ਵਿੱਚ ਝਾਕਾਂ? ਮੈਂ ਆਪਣੇ ਆਪ ਵਿੱਚ ਹੀ ਝਾਕਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮੈਨੂੰ ਫਿਕਰ ਨਹੀਂ ਹੈ ਕਿ ਤੁਸੀਂ ਕੀ ਕਹਿੰਦੇ ਹੋ। ਜੇ ਤੁਸੀਂ ਕਹਿੰਦੇ ਹੋ ਬੇਟਾ ਮੇਰਾ ਹੈ ਤਾਂ ਠੀਕ ਹੈ, ਮੇਰਾ ਹੀ ਹੋਏਗਾ। ਕਿਸੇ ਦਾ ਤਾਂ ਹੋਏਗਾ, ਮੇਰਾ ਹੀ ਸਹੀ। ਹੁਣ ਤੁਸੀਂ ਕਹਿੰਦੇ ਹੋ ਨਹੀਂ, ਤੁਹਾਡੀ ਮਰਜ਼ੀ, ਨਹੀਂ ਹੋਏਗਾ ਮੇਰਾ, ਲੇਕਿਨ ਮੈਂ ਤੁਹਾਡੀਆਂ ਅੱਖਾਂ 'ਚ ਦੇਖਣਾ ਬੰਦ ਕਰ ਦਿੱਤਾ। ਤੇ ਉਹ ਫਕੀਰ ਕਹਿਣ ਲੱਗਾ, ਮੈਂ ਤੁਹਾਨੂੰ ਵੀ ਕਹਿੰਦਾ ਕਿ ਕਦੋਂ ਉਹ ਦਿਨ ਆਏਗਾ ਕਿ ਤੁਸੀਂ ਦੂਸਰਿਆਂ ਦੀਆਂ ਅੱਖਾਂ 'ਚ ਦੇਖਣਾ ਬੰਦ ਕਰੋਗੇ ਤੇ ਆਪਣੇ ਵੱਲ ਦੇਖਣਾ ਸ਼ੁਰੂ ਕਰੋਗੇ। ਧੰਨਵਾਦ।